10ਵੇਂ ਹਫ਼ਤੇ ਵਿੱਚ ਤੁਹਾਡਾ ਸਵਾਗਤ ਹੈ। ਅਸੀਂ ਤਰੰਗਾਂ ਅਤੇ ਓਪਟੀਕਲ ਸਿਸਟਮ ਨੂੰ ਦੇਖਾਂਗੇ। ਜਾਂ ਦੂਜੇ ਸ਼ਬਦਾਂ ਵਿੱਚ, ਮੈਕਸਵੈਲ ਅਤੇ ਹੋਰ ਬਹੁਤ ਸਾਰੇ ਲੋਕਾਂ ਦੀ ਬਦੌਲਤ ਪ੍ਰਕਾਸ਼ ਵੇਵ ਜਾਂ ਇਲੈਕਟ੍ਰੋਮੈਗਨੈਟਿਕ ਰੇਡੀਏਸ਼ਨ ਨੂੰ ਦੇਖਾਂਗੇ। ਅਸੀਂ ਜਾਣਦੇ ਹਾਂ ਕਿ ਪ੍ਰਕਾਸ਼ ਵੇਵ ਦਾ ਇੱਕ ਰੂਪ ਹੈ। ਆਓ ਦੇਖੀਏ ਕਿ ਕੀ ਅਸੀਂ ਪ੍ਰਕਾਸ਼ ਦੇ ਪ੍ਰੋਪੇਗੇਸ਼ਨ ਦਾ ਵਰਣਨ ਕਰ ਸਕਦੇ ਹਾਂ ਅਤੇ ਪ੍ਰਕਾਸ਼ ਦੀਆਂ ਵਧੇਰੇ ਆਮ ਵਿਸ਼ੇਸ਼ਤਾਵਾਂ। ਉਦਾਹਰਨ ਲਈ, ਵੇਵ ਰੂਪ ਬਾਰੇ ਚਿੰਤਾ ਨਾ ਕਰਕੇ ਰਿਫਰੈਕਸ਼ਨ ਹੋ ਸਕਦੀਆਂ ਹਨ, ਪਰ ਇਸ ਨੂੰ ਸਿਰਫ ਕਿਰਨ ਦੇ ਰੂਪ ਵਿੱਚ ਦੇਖਦੇ ਹੋਏ, ਜੋ ਬਿੰਦੂ A ਤੋਂ ਬਿੰਦੂ B ਤੱਕ ਯਾਤਰਾ ਕਰਦੀ ਹੈ। ਜੇਕਰ ਅਸੀਂ ਇਸ ਦ੍ਰਿਸ਼ਟੀਕੋਣ ਨੂੰ ਲੈਂਦੇ ਹਾਂ, ਤਾਂ ਸਾਨੂੰ ਪਹਿਲਾਂ ਇਹ ਫੈਸਲਾ ਕਰਨ ਦੀ ਲੋੜ ਹੁੰਦੀ ਹੈ ਕਿ ਇਹ ਵੇਵ ਦੀ ਕਿਹੜੀ ਸੀਮਾ ਵਿੱਚ ਵੈਧ ਹੋਵੇਗੀ, ਅਤੇ ਅਸੀਂ ਇਸ ਸੀਮਾ ਦੇ ਨਾਲ ਕਿਵੇਂ ਕੰਮ ਕਰਨ ਜਾ ਰਹੇ ਹਾਂ। ਇਸ ਕਿਸਮ ਦਾ ਵਰਣਨ ਇੱਕ ਰੇ ਆਪਟਿਕਸ ਦੀ ਸੀਮਾ ਕਹਾਉਣ ਵਾਲੇ ਵਿੱਚ ਵਧੀਆ ਕੰਮ ਕਰਦਾ ਹੈ, ਅਤੇ ਇਹ ਇਸ ਸੀਮਾ ਨੂੰ ਲੈਣ ਨਾਲ ਮੇਲ ਖਾਂਦਾ ਹੈ ਕਿ ਪ੍ਰਕਾਸ਼ ਦੀ ਵੇਵਲੈਂਥ ਜਾਂ ਵੇਵਫੋਰਮ ਦੀ ਵੇਵਲੈਂਥ ਛੋਟੀ ਹੈ ਜਾਂ ਇਹ 0 ਵੱਲ ਝੁਕਦੀ ਹੈ। ਆਓ ਇੱਥੇ ਬਿੰਦੂ P ਤੋਂ ਪ੍ਰਕਾਸ਼ ਦੇ ਸਰੋਤ ਤੇ ਵਿਚਾਰ ਕਰੀਏ, ਅਤੇ ਮੰਨ ਲਓ ਕਿ ਮੇਰੇ ਕੋਲ ਇਸ ਦੁਆਰਾ ਦਿੱਤਾ ਗਿਆ ਇੱਕ ਸਰਕੂਲਰ ਅਪਰਚਰ ਹੈ, ਅਤੇ ਦੂਜੇ ਸਿਰੇ ਤੇ ਮੇਰੇ ਕੋਲ ਇੱਥੇ ਇੱਕ ਸਕਰੀਨ ਹੈ। ਜੇਕਰ P ਰੋਸ਼ਨੀ ਦਾ ਕੋਈ ਸਰੋਤ ਹੈ ਤਾਂ ਸਵਾਲ ਇਹ ਹੈ ਕਿ ਅਸੀਂ ਸਕਰੀਨ ਤੇ ਕੀ ਦੇਖਾਂਗੇ, ਅਤੇ ਇਸ ਸਥਿਤੀ ਵਿੱਚ ਇਹ ਇਸ ਅਪਰਚਰ ਦੇ ਮਾਪ ਤੇ ਨਿਰਭਰ ਕਰੇਗਾ। ਮੰਨ ਲਓ ਕਿ ਇਹ ਅਪਰਚਰ ਕਾਫੀ ਛੋਟਾ ਹੈ। ਅਜਿਹੀ ਸਥਿਤੀ ਵਿੱਚ P ਤੋਂ ਪ੍ਰਕਾਸ਼ ਬੇਸ਼ੱਕ ਇਸ ਤਰ੍ਹਾਂ ਜਾਵੇਗਾ, ਪਰ ਸਾਨੂੰ ਬਹੁਤ ਸਪਸ਼ਟ ਸੀਮਾਵਾਂ ਵੇਖਣ ਦੀ ਸੰਭਾਵਨਾ ਨਹੀਂ ਹੈ। ਇਹ ਪ੍ਰਭਾਵ ਜੋ ਅਸੀਂ ਦੇਖਦੇ ਹਾਂ, ਜਿੱਥੇ ਤੁਸੀਂ ਦੇਖਦੇ ਹੋ ਕਿ ਇੱਕ ਖੇਤਰ ਵਿੱਚ ਵੀ ਕੁਝ ਰੋਸ਼ਨੀ ਹੈ, ਜਿਸ ਦੇ ਹਨੇਰੇ ਹੋਣ ਦੀ ਉਮੀਦ ਕੀਤੀ ਜਾਂਦੀ ਹੈ, ਜਿਸ ਨੂੰ ਡਿਫਰੈਕਸ਼ਨ ਇਫੈਕਟ ਕਿਹਾ ਜਾਂਦਾ ਹੈ, ਅਤੇ ਇਹ ਡਿਫਰੈਕਸ਼ਨ ਇਫੈਕਟ ਲਾਜ਼ਮੀ ਤੌਰ ਤੇ ਹੈ ਅਤੇ ਪ੍ਰਭਾਵ ਜੋ ਪ੍ਰਕਾਸ਼ ਦੀ ਵੇਵ ਪ੍ਰਕਿਰਤੀ ਦੇ ਕਾਰਨ ਪੈਦਾ ਹੁੰਦਾ ਹੈ। ਸਾਨੂੰ ਇੱਕ ਸੀਮਾ ਤੱਕ ਜਾਣ ਦੀ ਜ਼ਰੂਰਤ ਹੈ, ਜਿੱਥੇ ਅਸੀਂ ਦੂਜੇ ਸ਼ਬਦਾਂ ਵਿੱਚ ਡਿਫਰੈਕਸ਼ਨ ਦੇ ਇਫੈਕਟ ਨੂੰ ਵੇਖਣ ਦੇ ਯੋਗ ਨਹੀਂ ਹੋਵਾਂਗੇ। ਸਿੱਟਾ ਇਹ ਹੈ ਕਿ ਤੁਸੀਂ ਵਿਭਿੰਨਤਾ ਦੇ ਪ੍ਰਭਾਵਾਂ ਨੂੰ ਦੇਖੋਗੇ। ਜਦੋਂ ਵੀ ਲੈਂਬਡਾ 0 ਤੋਂ ਵੱਡਾ ਹੁੰਦਾ ਹੈ, ਤਾਂ ਲੈਂਬਡਾ ਦੀ ਸੀਮਾ ਵਿੱਚ 0 ਵੱਲ ਟੈਂਡਿੰਗ ਹੈ। ਭਾਵੇਂ ਤੁਸੀਂ ਅਪਰਚਰ ਨੂੰ ਕਾਫੀ ਛੋਟਾ ਬਣਾ ਦਿੰਦੇ ਹੋ ਤਾਂ ਤੁਹਾਨੂੰ ਡਿਫਰੈਕਸ਼ਨ ਇਫੈਕਟ ਨਹੀਂ ਦਿਖਾਈ ਦੇਵੇਗਾ। ਉਸ ਸਥਿਤੀ ਵਿੱਚ ਜਿੱਥੇ ਅਸੀਂ ਪ੍ਰਕਾਸ਼ਮਾਨ ਖੇਤਰ ਅਤੇ ਸਕਰੀਨ ਤੇ ਇਸ ਬਿੰਦੂ X' ਦੇ ਹੇਠਾਂ ਸ਼ੈਡੋ ਪੈਣ ਵਾਲੇ ਖੇਤਰ ਵਿਚਕਾਰ ਸ਼ਾਰਪ ਡਿਸਟਿੰਕਸ਼ਨ ਨੂੰ ਬਹੁਤ ਸਪਸ਼ਟ ਤੌਰ ਤੇ ਦੇਖ ਸਕਦੇ ਹਾਂ। ਤੁਸੀਂ ਸਕਰੀਨ ਤੇ ਲਾਈਟ ਅਤੇ ਉੱਪਰ S' ਦੇਖਦੇ ਹੋ ਕਿ ਇਹ ਹਨੇਰਾ ਹੈ, ਇਸ ਲਈ ਇਸ ਸਥਿਤੀ ਵਿੱਚ ਇਹ P ਤੋਂ S' ਤੱਕ ਜਾਂਦਾ ਹੈ, ਅਤੇ ਬੇਸ਼ੱਕ ਦੂਜੇ ਪਾਸੇ ਇਹ P ਤੋਂ ਇਸ ਬਿੰਦੂ ਨੂੰ S" ਕਹਿੰਦੇ ਹਨ। ਇਸ ਲਈ S ਅਤੇ S' ਦੇ ਵਿਚਕਾਰ ਤੁਸੀਂ ਰੋਸ਼ਨੀ ਵੇਖਦੇ ਹੋ, ਅਤੇ S" ਦੇ ਹੇਠਾਂ S' ਦੇ ਉੱਪਰ ਇਹ ਬਹੁਤ ਹਨੇਰਾ ਹੁੰਦਾ ਹੈ। ਇਸ ਸਥਿਤੀ ਵਿੱਚ ਅਸੀਂ ਰੇ ਚਿੱਤਰਾਂ ਦੀ ਵਰਤੋਂ ਕਰਕੇ ਸਾਡੀ ਪ੍ਰਕਾਸ਼ ਵੇਵ ਦਾ ਵਰਣਨ ਕਰ ਸਕਦੇ ਹਾਂ। ਅਸਲ ਵਿੱਚ ਉਹਨਾਂ ਲਾਈਨਾਂ ਵਰਗੀਆਂ ਹਨ ਜੋ ਮੈਂ ਇੱਥੇ ਖਿੱਚੀਆਂ ਹਨ। ਇਸ ਲਈ ਇਹ ਉਸ ਦਾ ਨਿਯਮ ਹੈ ਜਿਸ ਨੂੰ ਰੇ ਆਪਟਿਕਸ ਜਾਂ ਜਿਓਮੈਟ੍ਰਿਕ ਆਪਟਿਕਸ ਕਿਹਾ ਜਾਂਦਾ ਹੈ। ਹਰ ਵਾਰ ਜਦੋਂ ਪ੍ਰਕਾਸ਼ ਦੀ ਵੇਵ ਬਿੰਦੂ A ਤੋਂ ਬਿੰਦੂ B ਤੱਕ ਜਾਂਦੀ ਹੈ ਤਾਂ ਅਸੀਂ ਇਸ ਨੂੰ ਬਿੰਦੂ A ਤੋਂ ਜਾਣ ਵਾਲੀ ਇੱਕ ਲਾਈਨ ਦੇ ਰੂਪ ਵਿੱਚ ਦਰਸਾ ਸਕਦੇ ਹਾਂ। ਬਿੰਦੂ B ਤਾਂ ਸਵਾਲ ਇਹ ਹੈ ਕਿ ਮੈਂ ਉਸ ਪ੍ਰਕਾਸ਼ ਨੂੰ ਕਿਵੇਂ ਜਾਣ ਸਕਦਾ ਹਾਂ ਜੋ ਬਿੰਦੂ P ਤੋਂ ਸ਼ੁਰੂ ਹੁੰਦਾ ਹੈ। ਇਹ ਖਾਸ ਮਾਰਗ ਲੈਂਦਾ ਹੈ ਅਤੇ ਸਵਾਲ ਦਾ ਜਵਾਬ ਉਸ ਦੁਆਰਾ ਦਿੱਤਾ ਜਾਂਦਾ ਹੈ ਜਿਸ ਨੂੰ ਫਰਮੈਟਸ ਪ੍ਰਿੰਸੀਪਲ ਕਿਹਾ ਜਾਂਦਾ ਹੈ, ਜਿਸ ਦੀ ਸਾਨੂੰ ਰਿਫਰੈਕਟਿਵ ਇੰਡੈਕਸ ਸਟੇਟ ਕਰਨ ਦੀ ਲੋੜ ਹੁੰਦੀ ਹੈ। ਮੈਨੂੰ ਇਹ ਮੰਨਣ ਦਿਓ ਕਿ ਪ੍ਰਕਾਸ਼ ਰਿਫਰੈਕਟਿਵ ਇੰਡੈਕਸ μ ਨਾਲ ਇੱਕ ਮਾਧਿਅਮ ਵਿੱਚ ਯਾਤਰਾ ਕਰਦਾ ਹੈ। ਮੈਨੂੰ ਰਿਫਰੈਕਟਿਵ ਇੰਡੈਕਸ μ ਵਾਲੇ ਮਾਧਿਅਮ ਵਿੱਚ ਪ੍ਰਕਾਸ਼ ਦੁਆਰਾ ਯਾਤਰਾ ਕੀਤੀ ਦੂਰੀ ਨੂੰ ds ਦੁਆਰਾ ਦਰਸਾਉਣ ਦਿਓ। ਜੇਕਰ ds ਦੂਰੀ ਹੈ ਅਤੇ ਮੰਨ ਲਓ v ਪ੍ਰਕਾਸ਼ ਦੀ ਗਤੀ ਹੈ, ਫਿਰ ਬੇਸ਼ੱਕ ਰਿਫਰੈਕਟਿਵ ਇੰਡੈਕਸ μ ਨਾਲ ਮਾਧਿਅਮ ਵਿੱਚ ਪ੍ਰਕਾਸ਼ ਦੀ ਗਤੀ
ਉਸ ਸਥਿਤੀ ਵਿੱਚ ਮੈਂ ਇਸ ਦੂਰੀ ds ਦੀ ਯਾਤਰਾ ਕਰਨ ਵਿੱਚ ਲੱਗੇ ਸਮੇਂ ਨੂੰ ਲਿਖ ਸਕਦਾ ਹਾਂ ਕਿਉਂਕਿ ਮੈਂ ਸਿਰਫ ਰਿਫਰੈਕਟਿਵ ਇੰਡੈਕਸ ਦੀ ਪਰਿਭਾਸ਼ਾ ਦੀ ਵਰਤੋਂ ਕੀਤੀ ਹੈ। ਮਾਧਿਅਮ ਵਿੱਚ ਪ੍ਰਕਾਸ਼ ਦੇ ਵੇਗ ਨੂੰ ਮੁੜ ਲਿਖਣ ਲਈ ਜੋ ਕਿ ਰਿਫਰੈਕਟਿਵ ਇੰਡੈਕਸ μ ਦੁਆਰਾ ਵਿਸ਼ੇਸ਼ਤਾ ਹੈ। ਹੁਣ ਮੈਂ ਇਹ ਮੰਨ ਲਿਆ ਹੈ ਕਿ ਪ੍ਰਕਾਸ਼ ਇੱਕ ਮਾਧਿਅਮ ਵਿੱਚ ਯਾਤਰਾ ਕਰਦਾ ਹੈ ਜਿਸ ਦੀ ਵਿਸ਼ੇਸ਼ਤਾ ਰਿਫਰੈਕਟਿਵ ਇੰਡੈਕਸ μ ਨਾਲ ਹੁੰਦੀ ਹੈ ਅਤੇ ਮਾਧਿਅਮ ਵਿੱਚ ਕੋਈ ਬਦਲਾਅ ਨਹੀਂ ਹੈ। ਅਸੀਂ ਇਸ ਵਿਚਾਰ ਨੂੰ ਅੱਗੇ ਇਹ ਕਹਿ ਕੇ ਸਧਾਰਨ ਕਰ ਸਕਦੇ ਹਾਂ ਕਿ ਪ੍ਰਕਾਸ਼ ਸ਼ਾਇਦ ਵੱਖ-ਵੱਖ ਮਾਧਿਅਮਾਂ ਦੀ ਲੜੀ ਵਿੱਚ ਯਾਤਰਾ ਕਰਦਾ ਹੈ, ਹਰ ਇੱਕ ਨੂੰ ਇੱਕ ਵੱਖਰੇ ਰਿਫਰੈਕਟਿਵ ਇੰਡੈਕਸ ਦੁਆਰਾ ਦਰਸਾਇਆ ਜਾਂਦਾ ਹੈ। ਮੈਂ ਦੂਰੀ ds ਨੂੰ ਪਾਰ ਕਰਨ ਵਿੱਚ ਲੱਗੇ ਸਮੇਂ ਨੂੰ ਟਾਊ ਦੁਆਰਾ ਦਰਸਾਉਂਦਾ ਹਾਂ। ਇਸ ਲਈ ਇਸ ਫਾਰਮੂਲੇ ਨੂੰ ਸਾਧਾਰਨ ਬਣਾਉਣਾ, ਮੈਂ ਇਸ ਨੂੰ ਇਸ ਤਰ੍ਹਾਂ ਲਿਖ ਸਕਦਾ ਹਾਂ ਕਿ ਇਹਨਾਂ ਸੂਚਕਾਂਕ ਵਿੱਚੋਂ ਹਰ ਇੱਕ ਵੱਖਰੇ ਮਾਧਿਅਮ ਨੂੰ ਦਰਸਾਉਂਦਾ ਹੈ ਅਤੇ ਰਿਫਰੈਕਟਿਵ ਇੰਡੈਕਸ ਵਿੱਚ ਇੱਕ ਤਬਦੀਲੀ ਹੁੰਦੀ ਹੈ ਤਾਂ ਜੋ μi ਦੁਆਰਾ ਦਰਸਾਈ ਜਾਂਦੀ ਹੈ। ਇਸ ਲਈ ds1 ਇੱਕ ਮਾਧਿਅਮ ਵਿੱਚ ਯਾਤਰਾ ਕੀਤੀ ਦੂਰੀ ਹੈ ਜਿਸ ਦੀ ਵਿਸ਼ੇਸ਼ਤਾ ਰਿਫਰੈਕਟਿਵ ਇੰਡੈਕਸ μ1 ਹੈ। ds2 ਇੱਕ ਮਾਧਿਅਮ ਵਿੱਚ ਸਫ਼ਰ ਕੀਤੀ ਦੂਰੀ ਹੈ ਜੋ μ2 ਦੁਆਰਾ ਦਰਸਾਈ ਜਾਂਦੀ ਹੈ ਅਤੇ ਇਸ ਤਰ੍ਹਾਂ ਜੇਕਰ ਇੱਕ ਲਗਾਤਾਰ ਬਦਲਦਾ ਮੀਡੀਆ ਹੁੰਦਾ ਹੈ ਤਾਂ ਅਸੀਂ ਇੱਕ ਇੰਟੀਗ੍ਰੇਸ਼ਨ ਦੁਆਰਾ ਸਮੇਸ਼ਨ ਨੂੰ ਬਦਲ ਸਕਦੇ ਹਾਂ ਜਿਸ ਸਥਿਤੀ ਵਿੱਚ ਸਫ਼ਰ ਕੀਤੀ ਦੂਰੀ ਜੋ ਕਿ ਟਾਊ ਦੁਆਰਾ ਦਰਸਾਈ ਜਾਂਦੀ ਹੈ ਦੁਆਰਾ ਦਿੱਤੀ ਜਾਵੇਗੀ। ਇਸ ਲਈ ਮੇਰੇ ਕੋਲ ਰੇ ਅਪਰੋਕਸੀਮੇਸ਼ਨ ਦੀ ਇਸ ਤਸਵੀਰ ਵਿੱਚ ਬਿੰਦੂ A ਤੋਂ ਬਿੰਦੂ B ਤੱਕ ਅਤੇ ਬਿੰਦੂ A ਅਤੇ ਬਿੰਦੂ B ਦੇ ਵਿਚਕਾਰ ਪ੍ਰਕਾਸ਼ ਦੁਆਰਾ ਯਾਤਰਾ ਕਰਨ ਲਈ ਲਏ ਗਏ ਸਮੇਂ ਲਈ ਇਸ ਕਿਸਮ ਦੀ ਰਸਮੀ ਐਕਸਪ੍ਰੈਸ਼ਨ ਹੈ। ਇਸ ਗੱਲ ਤੇ ਨਿਰਭਰ ਕਰਦਾ ਹੈ ਕਿ ਤੁਹਾਡਾ ਰਿਫਰੈਕਟਿਵ ਇੰਡੈਕਸ ਕਿੱਥੇ ਬਦਲਦਾ ਹੈ। ਇਸ ਲਈ ਇਹ ਇਸ μ ਦੁਆਰਾ ਧਿਆਨ ਵਿੱਚ ਰੱਖਿਆ ਗਿਆ ਹੈ ਜੋ ਕਿ ਐਸ ਫਰਮੈਟਸ ਪ੍ਰਿੰਸੀਪਲ ਤੇ ਨਿਰਭਰ ਕਰਦਾ ਹੈ ਨੂੰ ਗਣਿਤਿਕ ਤੌਰ ਤੇ ਹੇਠਾਂ ਦਿੱਤੇ ਤਰੀਕੇ ਨਾਲ ਲਿਖਿਆ ਜਾ ਸਕਦਾ ਹੈ। ਮੈਂ ਇਸ ਨੂੰ ਤੁਹਾਡੇ ਲਈ ਇੱਥੇ ਲਿਖਿਆ ਹੈ। ਇਸ ਲਈ ਇਸ ਇੰਟੀਗਰਲ ਦੀ ਪਰਿਵਰਤਨ 0 ਹੈ। ਇਸ ਲਈ ਫਰਮੈਟਸ ਪ੍ਰਿੰਸੀਪਲ ਦੀ ਭੌਤਿਕ ਸਮੱਗਰੀ ਇਹ ਹੈ ਕਿ ਜੇਕਰ ਤੁਸੀਂ ਦੋ ਬਿੰਦੂਆਂ ਨੂੰ ਚੁਣਿਆ ਹੈ ਅਤੇ ਪ੍ਰਕਾਸ਼ A ਤੋਂ B ਤੱਕ ਯਾਤਰਾ ਕਰਦਾ ਹੈ, ਤੁਸੀਂ ਇੱਥੇ ਬਹੁਤ ਸਾਰੇ ਸੰਭਾਵਿਤ ਮਾਰਗਾਂ ਤੇ ਵਿਚਾਰ ਕਰ ਸਕਦੇ ਹੋ ਜਿਨ੍ਹਾਂ ਰਾਹੀਂ ਰੌਸ਼ਨੀ ਸੰਭਵ ਤੌਰ ਤੇ A ਤੋਂ B ਤੱਕ ਯਾਤਰਾ ਕਰ ਸਕਦੀ ਹੈ ਅਤੇ ਅਸਲ ਵਿੱਚ ਇਹ ਉਹੀ ਹੈ ਜਿਸ ਲਈ ਇਸ ਕੁਆਂਟੀਟੀ ਦੀ ਪਰਿਵਰਤਨ 0 ਦੇ ਬਰਾਬਰ ਹੈ। ਬਹੁਤ ਹੀ ਢਿੱਲੀ ਜਿਹੀ ਗੱਲ ਕਰੀਏ ਤਾਂ ਇਹ ਕਹਿਣ ਦੇ ਬਰਾਬਰ ਹੈ ਕਿ A ਤੋਂ B ਤੱਕ ਜਾਣ ਲਈ ਲੱਗਣ ਵਾਲਾ ਸਮਾਂ ਸਭ ਤੋਂ ਘੱਟ ਹੈ। ਇਸ ਕੁਆਂਟੀਟੀ μ ਟਾਈਮਸ ds ਨੂੰ ਓਪਟੀਕਲ ਪਾਥ ਲੈਂਥ ਕਿਹਾ ਜਾਂਦਾ ਹੈ। ਇਸ ਲਈ ਇੱਥੇ ਫਰਮੈਟਸ ਪ੍ਰਿੰਸੀਪਲ ਤੁਹਾਡੇ ਲਈ ਕਿਸੇ ਵੀ ਦੋ ਬਿੰਦੂਆਂ ਜਿਵੇਂ ਕਿ A ਅਤੇ B ਵਿਚਕਾਰ ਅਸਲ ਮਾਰਗ ਲਿਖਿਆ ਗਿਆ ਹੈ ਜੋ ਕਿ ਅਸੀਂ ਪਿਛਲੀ ਸਲਾਈਡ ਵਿੱਚ ਖਿੱਚਿਆ ਸੀ। ਉਹ ਹੈ ਜਿਸ ਲਈ ਆਪਟੀਕਲ ਪਾਥ ਲੈਂਥ ਸਥਿਰ ਹੈ। ਤਾਂ ਤੁਸੀਂ ਦੇਖੋਗੇ ਕਿ μ ds ਆਪਟੀਕਲ ਪਾਥ ਲੈਂਥ ਨੂੰ ਦਰਸਾਉਂਦਾ ਹੈ। ਇਹ ਕੁਆਂਟੀਟੀ ਸਥਿਰ ਹੈ ਮਾਰਗ ਵਿੱਚ ਭਿੰਨਤਾਵਾਂ ਦੇ ਸੰਬੰਧ ਵਿੱਚ। ਇਸ ਲਈ ਰੌਸ਼ਨੀ ਅਸਲ ਵਿੱਚ ਉਹ ਮਾਰਗ ਲੈ ਲੈਂਦੀ ਹੈ ਜਿਸ ਲਈ ਆਪਟੀਕਲ ਪਾਥ ਲੈਂਥ ਇੱਕ ਐਕਸਟ੍ਰੀਮਮ ਹੈ। ਇਸ ਲਈ ਹਿਊਜਨ ਦਾ ਸਿਧਾਂਤ ਇੱਕ ਦੇ ਰੂਪ ਵਿੱਚ ਪ੍ਰਕਾਸ਼ ਅਤੇ ਇੱਕ ਕਿਰਨ ਦੇ ਰੂਪ ਵਿੱਚ ਪ੍ਰਕਾਸ਼ ਦੇ ਵਿਚਕਾਰ ਇਸ ਪੁਲ ਨੂੰ ਪ੍ਰਦਾਨ ਕਰਦਾ ਹੈ। ਤਾਂ ਉਸ ਦਾ ਵਿਚਾਰ ਇਹ ਹੈ ਕਿ ਪ੍ਰਕਾਸ਼ ਨੂੰ ਇੱਕ ਵੇਵ ਫਰੰਟ ਦੇ ਰੂਪ ਵਿੱਚ ਦਰਸਾਇਆ ਜਾ ਸਕਦਾ ਹੈ। ਮੇਰੇ ਕੋਲ ਇਹ ਬਿੰਦੂ P ਹੈ ਜੋ ਪ੍ਰਕਾਸ਼ ਦਾ ਇੱਕ ਸਰੋਤ ਹੈ ਅਤੇ ਜੇਕਰ ਇਹ ਪ੍ਰਕਾਸ਼ ਦਾ ਇੱਕ ਸਰੋਤ ਹੈ ਤਾਂ ਪ੍ਰਕਾਸ਼ ਇਸ ਬਿੰਦੂ P ਤੋਂ ਬਾਹਰ ਦੀਆਂ ਸਾਰੀਆਂ ਦਿਸ਼ਾਵਾਂ ਵਿੱਚ ਯਾਤਰਾ ਕਰਨ ਜਾ ਰਿਹਾ ਹੈ। ਹੁਣ ਤੁਸੀਂ ਇਹ ਸਵਾਲ ਪੁੱਛ ਸਕਦੇ ਹੋ ਕਿ ਉਹਨਾਂ ਬਿੰਦੂਆਂ ਦਾ ਲੋਕਸ ਕੀ ਹੈ ਜਿਨ੍ਹਾਂ ਦਾ ਮੂੰਹ ਇੱਕੋ ਜਿਹਾ ਹੁੰਦਾ ਹੈ ਜਦੋਂ ਵੀ ਪ੍ਰਕਾਸ਼ P ਦੇ ਦੁਆਲੇ ਘੁੰਮਦੀ ਹੈ। ਉਹ ਉਸੇ ਗਤੀ ਨਾਲ ਯਾਤਰਾ ਕਰ ਰਹੀ ਹੁੰਦੀ ਹੈ। ਇੱਕੋ ਪੜਾਅ ਵਾਲੇ ਇਹਨਾਂ ਬਿੰਦੂਆਂ ਦੇ ਇਸ ਲੋਕਸ ਨੇ c ਗੁਣਾ t ਦੇ ਬਰਾਬਰ ਦੂਰੀ ਤੈਅ ਕੀਤੀ ਹੈ। ਹੁਣ ਇਹ ਸਾਡੇ ਲਈ ਇੱਕ ਵੇਵ ਫਰੰਟ ਹੈ ਅਤੇ ਖਾਸ ਤੌਰ ਤੇ ਇਸ ਮਾਮਲੇ ਵਿੱਚ ਇਸ ਨੂੰ ਇੱਕ ਗੋਲਾਕਾਰ ਤਰੰਗ ਫਰੰਟ ਕਿਹਾ ਜਾਵੇਗਾ ਜੋ ਪ੍ਰਕਾਸ਼ ਦੇ ਬਿੰਦੂ ਸਰੋਤਾਂ ਤੋਂ ਨਿਕਲਣ ਵਾਲੀ ਰੋਸ਼ਨੀ ਗੋਲਾਕਾਰ ਵੇਵ ਫਰੰਟ ਨੂੰ ਪਰਿਭਾਸ਼ਿਤ ਕਰੇਗੀ। ਦੂਜੇ ਪਾਸੇ ਜੇਕਰ ਮੇਰੇ ਕੋਲ ਰੋਸ਼ਨੀ ਦਾ ਸਰੋਤ ਸੀ ਜੋ ਲੀਨੀਅਰ ਹੈ, ਇਸ ਲਈ ਇੱਥੇ
ਇੱਕੋ ਪੜਾਅ ਵਾਲੇ ਸਾਰੇ ਬਿੰਦੂ ਇੱਕੋ ਜਿਹੀ ਦੂਰੀ ਦੀ ਯਾਤਰਾ ਕਰਦੇ ਹਨ, ਅਤੇ ਅਜਿਹੇ ਬਿੰਦੂਆਂ ਦਾ ਲੋਕਸ ਇੱਕ ਸਿਲੰਡਰ ਬਣਾਉਂਦੇ ਹਨ, ਇਸ ਲਈ ਇਸ ਨੂੰ ਇੱਕ ਸਿਲੰਡਰ ਵੇਵਫਰੰਟ ਕਿਹਾ ਜਾਂਦਾ ਹੈ। ਅਤੇ ਜੇਕਰ ਤੁਸੀਂ ਰੋਸ਼ਨੀ ਦੇ ਇੱਕ ਪੁਆਇੰਟ ਸੋਰਸ ਨੂੰ ਦੇਖ ਰਹੇ ਹੋ ਜੋ ਅਸਲ ਵਿੱਚ ਬਹੁਤ ਦੂਰ ਹੈ, ਪਰ ਜੇਕਰ ਇਹ ਕਾਫੀ ਲੰਮੀ ਦੂਰੀ ਦੀ ਯਾਤਰਾ ਕਰ ਚੁੱਕਾ ਹੈ, ਅਤੇ ਤੁਸੀਂ ਉਸ ਦੇ ਇੱਕ ਸਮਾਲ ਪੋਰਸ਼ਨ ਨੂੰ ਦੇਖ ਰਹੇ ਹੋ, ਅਤੇ ਇਹ ਕਿ ਉਦਾਹਰਨ ਲਈ ਇਸ ਤਰ੍ਹਾਂ ਦੀ ਕੋਈ ਚੀਜ਼ ਇੱਕ ਪਲੇਨ ਵੇਵ ਵਰਗੀ ਦਿਖਾਈ ਦੇਵੇਗੀ। ਇਸ ਨੂੰ ਇੱਕ ਪਲੇਨ ਵੇਵਫਰੰਟ ਕਿਹਾ ਜਾਵੇਗਾ, ਉਦਾਹਰਨ ਲਈ ਸੂਰਜ ਦੀ ਰੋਸ਼ਨੀ ਜੋ ਅਸਲ ਵਿੱਚ ਬਹੁਤ ਦੂਰੀ ਤੋਂ ਸਾਡੇ ਤੱਕ ਪਹੁੰਚ ਰਹੀ ਹੈ। ਇਸ ਲਈ ਅਜਿਹੇ ਮਾਮਲਿਆਂ ਵਿੱਚ ਤੁਸੀਂ ਇਹ ਮੰਨ ਸਕਦੇ ਹੋ ਕਿ ਤੁਸੀਂ ਅਸਲ ਵਿੱਚ ਇੱਕ ਪਲੇਨ ਵੇਵਫਰੰਟ ਨੂੰ ਦੇਖ ਰਹੇ ਹੋ। ਇਸ ਲਈ ਮੰਨ ਲਓ ਕਿ ਮੇਰੇ ਕੋਲ ਇਹ ਪਲੇਨ ਵੇਵਫਰੰਟ ਕਿਸੇ ਸਮੇਂ t ਹੈ। ਹੋ ਸਕਦਾ ਹੈ ਕਿ ਇਹ ਅਸਲ ਵਿੱਚ ਇੱਕ ਵੇਵਫਰੰਟ ਦੇ ਰੂਪ ਵਿੱਚ ਸ਼ੁਰੂ ਹੋਇਆ ਹੋਵੇ, ਪਰ ਜਿੱਥੇ ਮੈਂ ਇਸ ਨੂੰ ਦੇਖ ਰਿਹਾ ਹਾਂ, ਮੈਂ ਜੋ ਦੇਖ ਰਿਹਾ ਹਾਂ ਉਹ ਇੱਕ ਪਲੇਨ ਵੇਵਫਰੰਟ। ਫਿਊਜ਼ਨ ਦਾ ਵਿਚਾਰ ਇਹ ਹੈ ਕਿ ਇਸ ਵੇਵਫਰੰਟ ਤੇ ਹਰ ਬਿੰਦੂ ਸੈਕੰਡਰੀ ਵੇਵਲੈਟ ਦੇ ਸਰੋਤ ਵਜੋਂ ਕੰਮ ਕਰਦਾ ਹੈ। ਅਤੇ ਮੰਨ ਲਓ ਕਿ ਤੁਸੀਂ ਇੱਥੇ ਇੱਕ ਬਿੰਦੂ ਲਓ, ਇਹ ਸੈਕੰਡਰੀ ਵੇਵਲੈਟ ਦਾ ਇੱਕ ਸਰੋਤ ਹੈ ਜੋ ਗੋਲਾਕਾਰ ਹੋਣ ਜਾ ਰਿਹਾ ਹੈ। ਹੁਣ ਤੁਸੀਂ ਉਸ ਬਿੰਦੂ ਨੂੰ ਲੈਂਦੇ ਹੋ ਜੋ ਇਸ ਬਿੰਦੂ ਦੇ ਬਹੁਤ ਨੇੜੇ ਹੈ, ਇੱਕ ਸਮਾਨ ਵੇਵਫਰੰਟ ਖਿੱਚੋ ਜੋ ਕਿ ਦੂਜੇ ਬਿੰਦੂ ਤੋਂ ਬਾਹਰ ਆਇਆ ਹੈ, ਅਤੇ ਇਸ ਤਰ੍ਹਾਂ ਜੇਕਰ ਤੁਸੀਂ ਉਹਨਾਂ ਸਾਰਿਆਂ ਨੂੰ ਇਕੱਠੇ ਰੱਖਦੇ ਹੋ ਤਾਂ ਜੋ ਤੁਸੀਂ ਪ੍ਰਾਪਤ ਕਰਦੇ ਹੋ ਉਹ ਵੇਵਫਰੰਟ ਦੀ ਇੱਕ ਨਵੀਂ ਸਥਿਤੀ ਹੈ। ਇਸ ਲਈ ਜ਼ਰੂਰੀ ਤੌਰ ਤੇ ਤੁਸੀਂ ਇੱਕ ਵੇਵਫਰੰਟ ਨੂੰ t0 ਸਮੇਂ ਤੇ ਟਰਾਂਸਪੋਰਟ ਕੀਤਾ ਤਾਂ ਕਿ ਕਿਸੇ ਸਮੇਂ t ਕੇ ਇੱਕ ਕੇਂਦਰੀ ਕਹੀਏ, ਅਤੇ ਮੁੱਖ ਵਿਚਾਰ ਇਹ ਹੈ ਕਿ ਦਿੱਤੇ ਗਏ ਵੇਵਫਰੰਟ ਤੇ ਹਰ ਬਿੰਦੂ ਨਵੀਂ ਵੇਵਲੇਟਸ ਦਾ ਸਰੋਤ ਹੈ, ਅਤੇ ਜੇਕਰ ਤੁਸੀਂ ਇਸ ਸੈਕੰਡਰੀ ਵੇਵਲੇਟਸ ਲਈ ਉਸੇ ਪੜਾਅ ਦੇ ਨਾਲ ਬਿੰਦੂਆਂ ਨੂੰ ਜੋੜਦੇ ਹੋ ਤਾਂ ਇੱਕ ਨਵਾਂ ਵੇਵਫਰੰਟ ਪੈਦਾ ਕਰਨ ਜਾ ਰਹੇ ਸਨ, ਅਤੇ ਤੁਸੀਂ ਇੱਥੇ ਪੁਰਾਣੀ ਸਥਿਤੀ ਤੋਂ ਨਵੀਂ ਸਥਿਤੀ ਵਿੱਚ ਵੇਵਫਰੰਟ ਚਲੇ ਗਏ ਹੋ, ਅਤੇ ਤੁਸੀਂ ਇਸ ਪ੍ਰਕਿਰਿਆ ਨੂੰ ਜਾਰੀ ਰੱਖ ਸਕਦੇ ਹੋ। ਇਸ ਲਈ ਥੋੜੀ ਹੋਰ ਸ਼ਾਮਲ ਕਸਰਤ ਦੀ ਲੋੜ ਹੈ, ਇਹ ਦੱਸਣ ਲਈ ਕਿ ਇਹ ਪਿੱਛੇ ਦੀ ਬਜਾਏ ਅੱਗੇ ਕਿਉਂ ਵੱਧਦਾ ਹੈ। ਇਹ ਦੱਸਣ ਲਈ ਤਰੰਗ ਵਰਤਾਰਿਆਂ ਨੂੰ ਸ਼ਾਮਲ ਕਰਦੇ ਹੋਏ ਇਹ ਕਹੀਏ ਕਿ ਮੇਰੇ ਕੋਲ ਇੱਥੇ ਕੁਝ ਸਤ੍ਹਾ ਹੈ ਜਿਸ ਨੂੰ ਮੈਂ S ਨੂੰ ਬੁਲਾਉਂਦਾ ਹਾਂ, ਅਤੇ ਇਸ ਤਰ੍ਹਾਂ ਦਾ ਇੱਕ ਆਉਣ ਵਾਲਾ ਵੇਵਫਰੰਟ ਹੈ। ਇਸ ਲਈ ਮੈਂ ਸੈਕੰਡਰੀ ਵੇਵਲੇਟਸ ਨੂੰ ਮੰਨਦਾ ਹਾਂ, ਅਤੇ ਮੈਂ ਇਸ ਨੂੰ ਇਸ ਬਿੰਦੂ ਤੱਕ ਹਿਲਾ ਸਕਦਾ ਹਾਂ ਜੋ ਕਿ ਜ਼ਰੂਰੀ ਤੌਰ ਤੇ ਇੱਕੋ ਪੜਾਅ ਵਾਲੇ ਸਾਰੇ ਸੈਕੰਡਰੀ ਵੇਵਲੇਟਾਂ ਦਾ ਲੋਕਸ ਹੈ। ਅਤੇ ਇੱਥੇ ਮੈਂ ਇਹ ਮੰਨਦਾ ਹਾਂ ਕਿ ਮੀਡੀਆ ਉੱਪਰ ਅਤੇ ਹੇਠਾਂ ਵੱਖੋ ਵੱਖਰੇ ਹੁੰਦੇ ਹਨ, ਇਸ ਲਈ ਸਤਹ ਤੇ ਪ੍ਰਕਾਸ਼ ਦਾ ਪ੍ਰਤੀਬਿੰਬਿਤ ਕੰਪੋਨੈਂਟ ਉੱਪਰਦਾ ਹੈ, ਅਤੇ ਇਹ ਕੁਝ ਇਸ ਤਰ੍ਹਾਂ ਜਾਵੇਗਾ। ਤਾਂ ਦੂਜੇ ਸ਼ਬਦਾਂ ਵਿੱਚ ਤੁਹਾਡੇ ਕੋਲ ਇੱਕ ਰੋਸ਼ਨੀ ਦੀ ਵੇਵ ਹੈ ਜੋ ਆ ਰਹੀ ਹੈ। ਚਲੋ ਇਸ ਦਿਸ਼ਾ ਵਿੱਚ ਕਹੋ ਮੈਂ ਤੀਰ ਖਿੱਚਿਆ ਹੈ। ਇੱਥੇ ਇਹ ਪ੍ਰਤੀਬਿੰਬਿਤ ਸਤ੍ਹਾ ਪ੍ਰਾਪਤ ਕਰਦਾ ਹੈ ਜੋ ਉੱਥੇ ਮੀਡੀਆ ਦੀ ਤਬਦੀਲੀ ਹੈ, ਅਤੇ ਅੰਤ ਵਿੱਚ ਪ੍ਰਤੀਬਿੰਬਿਤ ਕੰਪੋਨੈਂਟ ਇਸ ਦਿਸ਼ਾ ਵਿੱਚ ਜਾਂਦਾ ਹੈ ਜੋ ਮੈਂ ਇੱਥੇ ਦਿਖਾਇਆ ਹੈ, ਅਤੇ ਸਮਾਨ ਟੋਕਨ ਦੁਆਰਾ ਕੋਈ ਵੀ ਵਿਭਿੰਨਤਾ ਦੀ ਵਿਆਖਿਆ ਕਰ ਸਕਦਾ ਹੈ। ਇਹ ਰਿਫਰੈਕਸ਼ਨ ਦੇ ਮਾਮਲੇ ਲਈ ਹੈ। ਇਸ ਲਈ ਸ਼ਾਮ ਨੂੰ ਰੋਸ਼ਨੀ ਵਾਯੂਮੰਡਲ ਤੱਕ ਲੰਮੀ ਦੂਰੀ ਦੀ ਯਾਤਰਾ ਕਰਦੀ ਹੈ। ਇਸ ਲਈ ਜੇਕਰ ਇਹ ਸੂਰਜ ਤੋਂ ਆਉਣ ਵਾਲੀ ਕਿਰਨ ਹੈ ਤਾਂ ਇਹ ਅਸਲ ਵਿੱਚ ਝੁਕ ਜਾਂਦੀ ਹੈ ਜਦੋਂ ਇਹ ਵਾਯੂਮੰਡਲ ਦਾ ਸਾਹਮਣਾ ਕਰਦਾ ਹੈ ਅਤੇ ਸਾਡੀਆਂ ਅੱਖਾਂ ਤੱਕ ਪਹੁੰਚਦਾ ਹੈ, ਅਤੇ ਸਾਡੇ ਦ੍ਰਿਸ਼ਟੀਕੋਣ ਤੋਂ ਇਹ ਲੱਗਦਾ ਹੈ ਕਿ ਸੂਰਜ ਇੱਥੇ ਕਿਤੇ ਹੈ, ਜਦੋਂ ਕਿ ਸੂਰਜ ਦੀ ਸਹੀ ਸਥਿਤੀ ਇਸ ਬਿੰਦੂ ਤੋਂ ਕਿਤੇ ਹੇਠਾਂ ਹੈ, ਅਤੇ ਇਹ ਵਾਯੂਮੰਡਲ ਦੇ ਰਿਫਰੈਕਟਿਵ ਪ੍ਰਭਾਵਾਂ ਦੇ ਕਾਰਨ ਹੈ। ਮੰਨ ਲਓ ਕਿ ਮੇਰੇ ਕੋਲ ਰੋਸ਼ਨੀ ਦਾ ਇੱਕ ਸਰੋਤ ਹੈ, ਅਤੇ ਇੱਥੋਂ ਮੇਰੇ ਕੋਲ ਇੱਕ ਵਿਭਿੰਨ ਬੀਮ ਹੈ ਜਿਸ ਨਾਲ ਸਾਨੂੰ ਗੋਲਾਕਾਰ ਤਰੰਗਾਂ ਮਿਲੀਆਂ, ਅਤੇ ਇਹ ਕਹੋ ਕਿ ਕਾਫੀ ਦੂਰੀ ਤੇ ਯਾਤਰਾ ਕਰਨ ਤੋਂ ਬਾਅਦ ਇਹ ਇੱਕ ਪਲੇਨ ਵੇਵ ਬਣ ਜਾਂਦੀ ਹੈ। ਇਸ ਲਈ ਜੇਕਰ ਤੁਸੀਂ ਇੱਕ ਆਪਟੀਕਲ ਉਪਕਰਨ ਲਗਾਉਂਦੇ ਹੋ, ਤੁਸੀਂ ਇਸ ਨੂੰ ਅੰਤ ਵਿੱਚ ਇੱਥੇ ਕਿਸੇ ਹੋਰ ਬਿੰਦੂ ਤੇ ਕਨਵਰਜ ਕਰ ਸਕਦੇ ਹੋ, ਅਤੇ ਬੇਸ਼ੱਕ ਕਨਵਰਜਿੰਗ ਵੇਵਫਰੰਟ ਇਸ ਤਰ੍ਹਾਂ ਦਿਖਾਈ ਦੇ ਸਕਦਾ ਹੈ। ਨੋਟ ਕਰਨ ਵਾਲੀ ਗੱਲ ਇਹ ਹੈ ਕਿ ਵੇਵਫਰੰਟ ਦੇ ਨਾਲ ਸਾਰੇ ਬਿੰਦੂਆਂ ਨੂੰ ਉਦਾਹਰਨ ਵਜੋਂ ਲੈਂਦੇ ਹਾਂ। ਵੇਵਫਰੰਟ ਦੇ ਨਾਲ ਸਾਰੇ ਬਿੰਦੂਆਂ ਨੇ ਇੱਕੋ ਹੀ ਓਪਟੀਕਲ ਡਿਸਟੈਂਸ ਦੀ ਯਾਤਰਾ ਕੀਤੀ ਹੈ। ਇਸ ਲਈ ਦੂਜੇ ਸ਼ਬਦਾਂ
ਵਿੱਚ ਉਹ ਸਰੋਤ ਤੋਂ ਇੱਕੋ ਆਪਟੀਕਲ ਦੂਰੀ ਤੇ ਹਨ। ਇਸ ਲਈ, ਮੰਨ ਲਓ ਕਿ ਬਿੰਦੂ S ਤੋਂ S' ਤੱਕ ਪ੍ਰਕਾਸ਼ ਲੈ ਜਾਣ ਵਾਲੇ ਮਾਰਗ ਨੂੰ ਫਰਮੈਟ ਦੇ ਸਿਧਾਂਤ ਦੁਆਰਾ ਅਤੇ ਇਸ ਤਰੰਗ ਫਰੰਟ ਨੂੰ ਮੈਪ ਕਰਨ ਲਈ ਗਿਣਿਆ ਜਾ ਸਕਦਾ ਹੈ। ਅਸੀਂ ਅਸਲ ਵਿੱਚ ਸੈਕੰਡਰੀ ਵੇਵਲੇਟਸ ਦੇ ਹਾਈਗਨਸ ਆਈਡੀਆ ਦੀ ਵਰਤੋਂ ਕਰਦੇ ਹਾਂ ਤਾਂ ਜੋ ਤੁਸੀਂ ਸੈਕੰਡਰੀ ਵੇਵਲੇਟਸ ਦੀ ਵਰਤੋਂ ਕਰਕੇ ਆਪਣੀ ਵੇਵ ਫਰੰਟ ਨੂੰ ਅੱਗੇ ਵਧਾ ਸਕੋ। ਹੁਣ ਆਓ ਇਸ ਸਾਰੇ ਮਿਸ਼ਨਰੀ ਨੂੰ ਰਿਫਲੈਕਸ਼ਨ ਅਤੇ ਰਿਫਰੈਕਸ਼ਨ ਲਈ ਲੇਖਾ ਦੇਣ ਲਈ ਵਰਤੀਏ ਤਾਂ ਜੋ ਸਾਡੇ ਕੋਲ ਇਹ ਸਤਹ ਹਨ। ਇੱਥੇ ਇੱਕ ਆਉਣ ਵਾਲੀ ਇਨਸੀਡੈਂਟ ਵੇਵ ਹੈ ਜੋ ਇਸ ਬਿੰਦੂ ਦੇ ਖੱਬੇ ਪਾਸੇ ਤੋਂ ਇੱਕ ਅਰਥ ਵਿੱਚ ਆਉਂਦੀ ਹੈ S, ਜੋ ਮੇਰੇ ਕੋਲ ਹੈ, ਅਤੇ ਇਸ ਸਥਾਨ ਤੇ ਪ੍ਰਤੀਬਿੰਬਤ ਹੁੰਦੀ ਹੈ। ਅਤੇ ਤੁਹਾਡੇ ਕੋਲ ਇਹ ਪ੍ਰਤੀਬਿੰਬਿਤ ਕੰਪੋਨੈਂਟ ਹੈ ਅਤੇ ਇਸ ਬਿੰਦੂ ਤੇ ਜਿੱਥੇ ਪ੍ਰਤੀਬਿੰਬ ਹੁੰਦਾ ਹੈ, ਮੇਰੇ ਕੋਲ ਇੱਕ ਸਾਧਾਰਨ ਖਿੱਚਿਆ ਜਾਂਦਾ ਹੈ। ਅਤੇ ਉਸ ਲੰਬਕਾਰੀ ਜਾਂ ਆਮ ਦੇ ਸੰਬੰਧ ਵਿੱਚ, ਇੱਥੇ ਦੋ ਕੋਣ ਹਨ ਜੋ ਪਰਿਭਾਸ਼ਿਤ ਕਰਦੇ ਹਨ। ਇੱਕ ਕੋਣ I ਹੈ ਜਿਸ ਨੂੰ ਘਟਨਾ ਦਾ ਕੋਣ ਕਿਹਾ ਜਾਂਦਾ ਹੈ। ਇਹ ਉਹ ਕੋਣ ਹੈ ਜਿਸ ਤੇ ਘਟਨਾ ਕਿਰਨ ਸਥਾਨ ਨੂੰ ਮਾਰਦੀ ਹੈ। ਅਤੇ ਉਹਨਾਂ ਦਾ ਇੱਕ ਹੋਰ ਕੋਣ ਪਰਿਭਾਸ਼ਿਤ ਕੀਤਾ ਗਿਆ ਹੈ ਜੋ ਕਿ R ਹੈ। ਇਹ ਉਹ ਕੋਣ ਹੈ ਜਿਸ ਉੱਤੇ ਇੱਕ ਬਾਹਰ ਜਾਣ ਵਾਲੀ ਕਿਰਨ ਪ੍ਰਤੀਬਿੰਬਿਤ ਕਿਰਨ ਹੈ। ਇਸ ਲਈ ਇਹ ਸਾਰੀ ਕਿਰਿਆ ਇੱਕ ਸਮਤਲ ਵਿੱਚ ਹੋ ਰਹੀ ਹੈ ਜੋ S ਦੇ ਲੰਬਵਤ ਹੈ। ਕਿਉਂਕਿ ਮੰਨ ਲਓ, ਜੇਕਰ ਮੈਂ ਕੋਈ ਹੋਰ ਬਿੰਦੂ ਲੈਂਦਾ ਹਾਂ ਤਾਂ ਚਲੋ S' ਕਹੀਏ, ਅਤੇ ਮੈਂ ਇਹਨਾਂ ਬਿੰਦੂਆਂ ਨੂੰ ਆਬਜੈਕਟ O ਨੂੰ S' ਐਂਡ S'I ਨਾਲ ਜੋੜਦਾ ਹਾਂ। ਇਸ ਲਈ ਇਹ ਦੂਰੀਆਂ ਅਸਲ ਵਿੱਚ OSI ਅਤੇ SI ਨਾਲੋਂ ਵੱਡੀਆਂ ਹੋਣਗੀਆਂ, ਜੋ ਅਸੀਂ ਦੇਖ ਰਹੇ ਹਾਂ ਦੀ ਜਿਓਮੈਟਰੀ ਤੋਂ ਪੂਰੀ ਤਰ੍ਹਾਂ ਵੱਡੀਆਂ ਹੋਣਗੀਆਂ। ਅਤੇ ਸਿਰਫ ਓਪਟੀਕਲ ਡਿਸਟੈਂਸ ਵਿੱਚ ਇਸ ਯਾਤਰਾ ਦੀ ਦੂਰੀ ਸਭ ਤੋਂ ਛੋਟੀ ਹੋਵੇਗੀ ਜਦੋਂ ਉਹ ਇੱਕ ਪਲੇਨ ਵਿੱਚ ਹੁੰਦਾ ਹੈ ਜੋ ਇਸ ਸਤਹ ਦੇ ਲੰਬਵਤ ਹੁੰਦਾ ਹੈ। ਇਸ ਲਈ ਆਓ ਇਸ ਸਮੱਸਿਆ ਲਈ ਫਰਮੈਟਸ ਪ੍ਰਿੰਸੀਪਲ ਨੂੰ ਲਾਗੂ ਕਰੀਏ। ਮੈਨੂੰ ਇਹ ਜਾਣਨ ਦੀ ਜ਼ਰੂਰਤ ਹੈ ਕਿ ਪ੍ਰਕਾਸ਼ ਨੂੰ O ਤੋਂ S ਤੱਕ ਜਾਣ ਵਿੱਚ ਕਿੰਨਾ ਸਮਾਂ ਲੱਗਦਾ ਹੈ, ਅਤੇ S ਤੋਂ I ਤੱਕ। ਇਸ ਲਈ ਸ਼ੁਰੂ ਕਰਨ ਲਈ ਮੈਨੂੰ ਪਹਿਲਾਂ YS ਅਤੇ SI ਦੀ ਦੂਰੀ ਜਾਣਨ ਦੀ ਜ਼ਰੂਰਤ ਹੈ। ਅਤੇ ਚਿੱਤਰ ਦੀ ਰੇਖਾਗਣਿਤ ਤੋਂ ਮੈਂ ਉਹਨਾਂ ਦੋਵਾਂ ਦੀ ਗਣਨਾ ਕਰ ਸਕਦਾ ਹਾਂ ਜੋ x ਵਰਗ ਦਾ ਵਰਗਮੂਲ ਅਤੇ y ਵਰਗ c ਨਾਲ ਵੰਡਿਆ ਜਾਵੇਗਾ, ਜਿੱਥੇ c ਪ੍ਰਕਾਸ਼ ਦੀ ਗਤੀ ਹੈ। t ਪੂੰਜੀ ਦੇ ਸਕੁਏਅਰ ਰੂਟ ਦੇ ਬਰਾਬਰ ਹੈ x ਘਟਾਓ ਛੋਟਾ x ਹੋਲ ਸਕੁਏਅਰ ਦਾ ਸਕੁਏਅਰ ਪਲੱਸ y ਵਰਗ ਨੂੰ c ਦੁਆਰਾ ਵੰਡਿਆ ਗਿਆ ਹੈ। ਆਓ ਇਸ ਨੂੰ t ਦੀ ਬਜਾਏ ਇੱਕ ਵੱਖਰਾ ਨਾਮ t ਪ੍ਰਦਾਨ ਦੇਈਏ। ਹੁਣ ਫਰਮੈਟ ਦਾ ਪ੍ਰਮੇय ਸਾਨੂੰ ਦੱਸਦਾ ਹੈ ਕਿ t ਪਲੱਸ ਦੇ d/dx ਦੁਆਰਾ t' 0 ਦੇ ਬਰਾਬਰ ਹੈ। ਇਸ ਲਈ t ਅਤੇ t' ਲਈ ਸਮੀਕਰਨਾਂ ਨੂੰ ਬਦਲਣਾ ਜੋ ਅਸੀਂ ਹੁਣੇ ਇੱਥੇ ਪ੍ਰਾਪਤ ਕੀਤਾ ਹੈ, I ਪ੍ਰਾਪਤ ਕਰਾਂਗਾ ਅਤੇ ਇਹ 0 ਦੇ ਬਰਾਬਰ ਸੈੱਟ ਕੀਤਾ ਜਾਣਾ ਹੈ। ਅਤੇ ਬੇਸ਼ੱਕ ਇੱਥੇ ਇੱਕ ਘਟਾਓ ਦਾ ਚਿੰਨ੍ਹ ਹੈ ਜਦੋਂ ਅਸੀਂ ਅੰਤਰ ਕਰਦੇ ਹਾਂ। ਅਤੇ ਮੈਨੂੰ ਹੇਠਾਂ ਦਿੱਤੀ ਇਕੁਏਸ਼ਨ ਦੇਣ ਜਾ ਰਿਹਾ ਹੈ ਕਿ ਹੁਣ ਜੇਕਰ ਤੁਸੀਂ ਇਸ ਐਕਸਪ੍ਰੈਸ਼ਨ ਦੇ ਖੱਬੇ ਪਾਸੇ ਅਤੇ ਰਾਈਟ ਹੈਂਡ ਸਾਈਡ ਇਸ ਇਕੁਏਸ਼ਨ ਨੂੰ ਦੇਖੋਗੇ, ਤਾਂ ਤੁਸੀਂ ਵੇਖੋਗੇ ਕਿ ਇੱਥੇ ਇਹ ਕੁਆਂਟੀਟੀ ਸਾਈਨ ਆਫ ਐਂਗਲ R ਦੇ ਬਰਾਬਰ ਹੈ ਅਤੇ ਇਸੇ ਤਰ੍ਹਾਂ ਸਾਈਨ ਆਫ R ਕੀ ਹੋਵੇਗਾ। ਇਹ ਬਿਲਕੁਲ ਉਹੀ ਹੈ ਜੋ ਮੇਰੇ ਕੋਲ ਇਸ ਇਕੁਏਸ਼ਨ ਦੇ ਰਾਈਟ ਹੈਂਡ ਸਾਈਡ ਹੈ। ਇਸ ਲਈ ਇਸ ਸਮੱਸਿਆ ਵਿੱਚ ਫਰਮੈਟਸ ਪ੍ਰਿੰਸੀਪਲ ਸਾਨੂੰ ਦੱਸਦਾ ਹੈ ਕਿ ਸਾਈਨ I ਸਾਈਨ R ਦੇ ਬਰਾਬਰ ਹੈ। ਬੇਸ਼ੱਕ ਇਹ ਕਈ ਸੰਭਵ ਹੱਲਾਂ ਵਾਲੀ ਸਮੱਸਿਆ ਹੈ, ਪਰ ਜੇਕਰ ਅਸੀਂ ਸਭ ਤੋਂ ਸਰਲ ਸੰਭਵ ਹੱਲ ਲੈਂਦੇ ਹਾਂ, ਇਹ ਸਾਨੂੰ ਦੱਸਦਾ ਹੈ ਕਿ I R ਦੇ ਬਰਾਬਰ ਹੈ ਐਂਗਲ ਆਫ ਇਨਸੀਡੈਂਸ ਐਂਗਲ ਆਫ ਰਿਫਲੈਕਸ਼ਨ ਦੇ ਬਰਾਬਰ ਹੈ। ਇਸ ਲਈ ਇਹ ਪ੍ਰਤੀਬਿੰਬ ਦੇ ਆਮ ਤੌਰ ਤੇ ਦੱਸੇ ਗਏ ਨਿਯਮਾਂ ਵਿੱਚੋਂ ਇੱਕ ਹੈ। ਹੁਣ ਆਓ ਇੱਥੇ ਦੁਬਾਰਾ ਰਿਫਰੈਕਸ਼ਨ ਲਈ ਇੱਕ ਸਮਾਨ ਕਿਸਮ ਦੀ ਗਣਨਾ ਕਰੀਏ। ਮੇਰੇ ਕੋਲ ਇਹ ਸਤਹ ਹੈ ਅਤੇ ਸੰਭਾਵਤ ਤੌਰ ਤੇ ਸਥਾਨ ਦੇ ਉੱਪਰ ਅਤੇ ਹੇਠਾਂ ਮੀਡੀਆ ਦੋ ਵੱਖੋ ਵੱਖਰੇ ਰਿਫਰੈਕਸ਼ਨ ਇੰਡੈਕਸ ਦੁਆਰਾ ਵੱਖੋ ਵੱਖਰੇ ਹੁੰਦੇ ਹਨ। ਇਸ ਲਈ ਇੱਥੇ ਮੈਂ ਆਪਣੀ ਸੈਟਿੰਗ ਖਿੱਚੀ ਹੈ। ਬਿੰਦੂ S ਉਹ ਹੁੰਦਾ ਹੈ ਜਿੱਥੇ ਅਪਵਰਤਨ ਹੁੰਦਾ ਹੈ, ਕੈਪੀਟਲ X, 0 ਦੁਆਰਾ ਦਿੱਤਾ ਜਾਂਦਾ ਹੈ। ਅਤੇ ਉਸ ਬਿੰਦੂ ਤੇ ਅਸੀਂ ਇਸ ਨੂੰ ਸਾਧਾਰਨ ਖਿੱਚਦੇ ਹਾਂ ਅਤੇ ਅਪਕਰੇਸ਼ਨ ਦੇ ਕੋਣ ਨੂੰ ਪਰਿਭਾਸ਼ਿਤ ਕਰਦੇ ਹਾਂ ਅਤੇ ਰਿਫਰੈਕਸ਼ਨ ਦਾ ਕੋਣ ਪਰਿਭਾਸ਼ਿਤ ਕਰਦੇ ਹਾਂ। ਹੁਣ ਸਵਾਲ ਇਹ ਹੈ ਕਿ ਫਰਮੈਟਸ ਪ੍ਰਿੰਸੀਪਲ ਸਾਨੂੰ ਕੀ ਦੱਸਦਾ ਹੈ।
ਇਸ ਦ੍ਰਿਸ਼ਟੀਕੋਣ ਵਿੱਚ ਆਵਾਜ਼ ਨੂੰ ਪਾਰ ਕਰਨ ਲਈ ਇੰਨਾ ਸਮਾਂ ਹੈ, ਜੋ ਮੈਨੂੰ SI ਨੂੰ ਪਾਰ ਕਰਨ ਲਈ ਸਮੇਂ ਦੀ ਗਣਨਾ ਕਰਨ ਦੀ ਲੋੜ ਹੈ। ਮੈਨੂੰ ਸਮੀਕਰਨ ਵਿੱਚ ਉਸ ਐਕਸਪ੍ਰੈਸ਼ਨ ਨੂੰ ਲਿਖਣ ਦਿਓ ਜਿਸ ਨੂੰ ਮੈਂ C ਪ੍ਰਾਈਮ ਨਾਲ ਭਾਗ ਕੀਤਾ ਹੈ। ਇਸ ਲਈ C ਪਹਿਲੇ ਮਾਧਿਅਮ ਵਿੱਚ ਪ੍ਰਕਾਸ਼ ਦੀ ਗਤੀ ਦਾ ਵੇਗ ਹੈ ਜੋ ਕਿ ਰਿਫਰੈਕਟਿਵ ਇੰਡੈਕਸ μ ਦੁਆਰਾ ਦਰਸਾਇਆ ਗਿਆ ਹੈ, ਅਤੇ C ਪ੍ਰਾਈਮ ਦੂਜੇ ਮਾਧਿਅਮ ਵਿੱਚ ਪ੍ਰਕਾਸ਼ ਦੀ ਗਤੀ ਹੈ ਜੋ ਕਿ ਰਿਫਰੈਕਟਿਵ ਇੰਡੈਕਸ μ ਪ੍ਰਾਈਮ ਦੁਆਰਾ ਦਰਸਾਈ ਜਾਂਦੀ ਹੈ। ਇਸ ਲਈ ਹੁਣ ਮੈਨੂੰ ਇਹਨਾਂ ਦੋ ਗੁਣਾਂ ਦੇ ਜੋੜ ਨੂੰ x ਦੇ ਸੰਬੰਧ ਵਿੱਚ ਵੱਖ ਕਰਨ ਦੀ ਲੋੜ ਹੈ ਤਾਂ ਕਿ ਇਸ ਐਕਸਪ੍ਰੈਸ਼ਨ ਨੂੰ x ਨਾਲ ਵੱਖ ਕੀਤਾ ਜਾ ਸਕੇ। ਇਹ ਉਹ ਹੈ ਜੋ ਮੈਂ ਇੱਥੇ ਇਸ ਸ਼ਬਦ ਨੂੰ ਪ੍ਰਾਪਤ ਕਰਨ ਜਾ ਰਿਹਾ ਹਾਂ, ਅਤੇ ਇਸ ਅੰਕੜੇ ਨਾਲ ਸੰਬੰਧਿਤ ਹੈ ਜੋ ਮੇਰੇ ਕੋਲ ਹੈ। ਇਹ ਤੁਹਾਨੂੰ ਦੱਸੇਗਾ ਕਿ ਜੋ ਮੈਂ ਇੱਥੇ ਲਾਲ ਰੰਗ ਵਿੱਚ ਚੱਕਰ ਲਗਾਇਆ ਹੈ, ਉਹ sin I ਹੈ। ਸਾਈਨ ਆਫ ਐਂਗਲ ਆਫ ਇਨਸੀਡੈਂਸ ਇਸ ਕੁਆਂਟੀਟੀ ਅਤੇ ਦੁਬਾਰਾ ਤੁਸੀਂ ਇਸ ਅੰਕੜੇ ਨਾਲ ਸੰਬੰਧ ਰੱਖਦੇ ਹੋ, ਤੁਸੀਂ ਵੇਖੋਗੇ ਕਿ ਇਹ ਸਿਰਫ sin r ਸਾਈਨ ਆਫ ਐਂਗਲ ਆਫ ਰਿਫਰੈਕਸ਼ਨ ਦੇ ਕੋਣ ਦੇ ਬਰਾਬਰ ਹੈ। ਇਸ ਲਈ 1/c μ ਹੋਵੇਗਾ ਜਿਸ ਨੂੰ ਪ੍ਰਕਾਸ਼ ਦੀ ਗਤੀ ਨਾਲ ਵੰਡਿਆ ਜਾਵੇਗਾ, ਅਤੇ ਇਸੇ ਤਰ੍ਹਾਂ 1/c ਪ੍ਰਾਈਮ μ ਪ੍ਰਾਈਮ ਹੋਵੇਗਾ ਜਿਸ ਨੂੰ ਪ੍ਰਕਾਸ਼ ਦੀ ਗਤੀ ਨਾਲ ਵੰਡਿਆ ਹੋਵੇਗਾ। ਜੇਕਰ ਮੈਂ ਇਸ ਇਕੁਏਸ਼ਨ ਵਿੱਚ ਇਹਨਾਂ ਦੋ ਕੁਆਂਟੀਟੀ ਨੂੰ ਸਬਸਟੀਟਿਊਟ ਕਰਦਾ ਹਾਂ ਤਾਂ ਪ੍ਰਕਾਸ਼ ਦੀ ਇਹ ਕੁਆਂਟੀਟੀ ਸਪੀਡ ਰੱਦ ਹੋ ਜਾਵੇਗੀ, ਅਤੇ ਮੈਨੂੰ ਅੰਤਿਮ ਰੂਪ ਮਿਲੇਗਾ। ਇਸ ਲਈ ਇਹ ਅਗਲਾ ਪਾਠ ਵਿੱਚ ਰਿਫਰੈਕਸ਼ਨ ਦਾ ਨਿਯਮ ਹੈ। ਇਸ ਦੀਆਂ ਕੁਝ ਹੋਰ ਉਦਾਹਰਣਾਂ ਨੂੰ ਦੇਖਣ ਦੀ ਕੋਸ਼ਿਸ਼ ਕਰੇਗਾ, ਪਰ ਆਪਟੀਕਲ ਤੱਤਾਂ ਨੂੰ ਸ਼ਾਮਲ ਕਰਦਾ ਹੈ। ਅਸੀਂ ਦੇਖਾਂਗੇ ਕਿ ਅਸੀਂ ਕਿਰਨਾਂ ਦੇ ਸ਼ੀਸ਼ੇ ਆਦਿ ਦੀ ਮੌਜੂਦਗੀ ਵਿੱਚ ਕਿਰਨ ਦੇ ਮਾਰਗ ਨੂੰ ਕਿਵੇਂ ਮੈਪ ਕਰ ਸਕਦੇ ਹਾਂ।